2022 ਦੀਆਂ ਚੋਣਾਂ ਜਿਹੜੀਆਂ ਬਿਲਕੁਲ ਸਿਰ ਤੇ ਹਨ ਤੇ ਅਖਾੜਾ ਪੂਰਾ ਭਰ ਚੁੱਕਾ ਹੈ। ਸਾਰੀਆਂ ਪਾਰਟੀਆਂ ਵੱਲੋਂ ਜ਼ੋਰ ਛਪਾਇਸ਼ ਦੇ ਲਈ ਆਪੋ ਆਪਣੇ ਹੱਕ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਪੱਧਰ 'ਤੇ ਅਟਾਰੀ ਹਲਕੇ ਤੋਂ ਸੰਭਾਵਿਤ ਉਮੀਦਵਾਰ ਮੈਡਮ ਨਵਨੀਤ ਕੌਰ ਜੀ ਵੱਲੋਂ ਵੀ ਕੱਲ੍ਹ ਪਿੱਟੇਵਿੰਡ ਪਿੰਡ ਏਕਮ ਗਾਰਡਨ ਦੇ ਵਿੱਚ ਇੱਕ ਭਰਵੀਂ ਰੈਲੀ ਕੀਤੀ ਗਈ, ਜਿਸ ਦੇ ਵਿੱਚ ਕਿ ਅਟਾਰੀ ਹਲਕੇ ਦੇ ਪਿੰਡਾਂ ਦੇ ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਸਮੇਤ ਅਟਾਰੀ ਹਲਕੇ ਦੀਆਂ ਅਨੇਕਾਂ ਹੀ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਇਸ ਰੈਲੀ ਦੇ ਵਿੱਚ ਦਿੱਲੀ ਤੋਂ ਪਹੁੰਚੇ ਅਬਜ਼ਰਵਰ ਸ੍ਰੀ ਸੁਸ਼ਾਂਤੂ ਜੀ ਅਤੇ ਦਰਾਜ ਸਰਕਾਰੀਆ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਭਰਵਾਂ ਇਕੱਠ ਵੇਖ ਕੇ ਉਹ ਵੀ ਵਾਹ ਕਰ ਉੱਠੇ। ਇਸ ਭਰਵੇਂ ਇਕੱਠ ਵਿੱਚ ਮੈਡਮ ਨਵਨੀਤ ਕੌਰ ਜੀ ਨੇ ਹਾਈਕਮਾਂਡ ਤੋਂ ਆਪਣੇ ਲਈ ਅਟਾਰੀ ਹਲਕੇ ਦੀ ਸੇਵਾ ਦੇ ਲਈ ਟਿਕਟ ਦੀ ਮੰਗ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਹਾਈਕਮਾਂਡ ਕਿਸ ਦੀ ਝੋਲੀ ਟਿਕਟ ਪਾ ਕੇ ਅਟਾਰੀ ਹਲਕੇ ਦੀ ਜ਼ਿੰਮੇਵਾਰੀ ਉਸ ਨੂੰ ਸੌਂਪਣ ਜਾ ਰਹੀ ਹੈ। ਪਿੱਛੇ ਚੰਦ ਦੇਖੇ ਵਾਲੀ ਪ੍ਰੋਜੈਕਸ਼ਨ ਦਿਖਾ ਸਕਦੇ ਪਹੁੰਚ ਰਹੇ ਨੇ ਸਰਪੰਚ ਮਹਾਂਵੀਰ ਜੀ ਵੀ ਪਹੁੰਚ ਗਏ ਨੇ, ਇਹਨਾਂ ਦਾ ਵੀ ਧੰਨਵਾਦ। ਜੀ ਦੇਵੇ ਭਾਜੀ ਬਿੱਟੂ ਪ੍ਰਧਾਨ ਜੀ ਜੀ ਸਾਰੇ ਪਹੁੰਚ ਗਏ ਨੇ, ਇਹਨਾਂ ਦਾ ਧੰਨਵਾਦ। ਕੀਤਾ ਗਿਆ ਔਰ ਇਸੇ ਕਰਕੇ ਅਸੀਂ ਮੈਂ ਸਾਡਾ ਪਿੰਡ ਇਕੱਲਾ ਨਹੀਂ, ਸਾਰੇ ਪਿੰਡ ਵਾਲੇ ਜਿਹੜੇ ਆ ਇਹ ਅੱਜ ਇਸ ਕਰਕੇ ਇਕੱਠੇ ਹੋਏ ਆ ਵੀ ਅਸੀਂ ਸਾਰਿਆਂ ਨੂੰ 25 ਸਾਲ ਬਾਅਦ ਜਿੱਤਿਆ ਸੀ ਔਰ ਬੜੀ ਮਿਹਨਤ ਦੇ ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਬੂੰਦ ਬੂੰਦ ਦੇ ਨਾਲ ਸਮੁੰਦਰ ਭਰਦਾ ਸਾਰਿਆਂ ਨੇ ਜਿਤਾਇਆ ਸੀ। ਧੰਨਵਾਦ ਜੀ ਸਰਦਾਰ ਰਾਮ ਮੂਰਤੀ ਸਰਪੰਚ ਜੀ, ਧੰਨਵਾਦ ਜੀ, ਸਾਰੇ ਦਾ ਧੰਨਵਾਦ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਭਾਈ ਸਾਹਿਬ ਹੋਰਾਂ ਨੇ ਸਾਨੂੰ ਕਹਿੰਦੇ ਜੀ ਆਪਾਂ ਇਲੈਕਸ਼ਨ ਲੜਨੀ ਆ। ਅਸੀਂ ਸਵੇਰੇ ਦਰਰਾਜ ਜੀ 6 ਵਜੇ ਧੁੰਦਾਂ ਦੇ ਵਿੱਚ ਸਾਬੇ ਹੋਰਾਂ ਦੇ ਘਰ ਦੇ ਸਾਹਮਣੇ ਪੁੱਜੀ ਆ। ਅਸੀਂ 20-25 ਬੰਦਿਆਂ ਦਾ ਸਾਡਾ ਗਰੁੱਪ ਸੀ। ਅਸੀਂ ਪਹਿਲਾਂ ਅਟਾਰੀ ਪਿੰਡ ਕੱਢਣਾ, ਮੁੜ ਕੇ ਬਾਹਰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਡੋਰ ਟੂ ਡੋਰ ਪਿੰਡਾਂ ਦੇ ਜਾ ਕੇ ਅਸੀਂ ਹਾਜ਼ਰੀ ਲਾਉਣੀ। ਉਸ ਤੋਂ ਬਾਅਦ ਇਲੈਕਸ਼ਨ ਚਲੋ ਲੜੀ ਗਈ, ਇਲੈਕਸ਼ਨ ਜਿੱਤੀ ਗਈ, ਸਭ ਕੁਝ ਹੋ ਗਿਆ, ਪਰ ਇਸ ਬੰਦੇ ਨੇ ਤਬਾਦੀ ਮੁੱਲ ਨਹੀਂ ਜੇ ਪਾਇਆ ਹੈਗਾ। ਇਹਨੇ ਆਪਣਾ ਜਿਹੜਾ ਪੀਏ ਵੀ ਰੱਖਿਆ ਜੇ, ਮੈਨੂੰ ਇਹਦਾ ਕੋਈ ਡਰ ਨਹੀਂ ਹੈਗਾ। ਇਹ ਜੋ ਕੋਈ ਮਰਜ਼ੀ ਮੈਨੂੰ ਨਾ ਇਹਦਾ ਡਰ ਜੇ ਨਾ ਇਹਦੇ ਮੁੰਡੇ ਦਾ ਡਰ ਜੇ। ਮੈਂ ਤੁਹਾਨੂੰ ਸਿੱਧੀ ਗੱਲ ਠੋਕ ਕੇ ਕਹਿੰਦਾ ਭਰਾਓ ਇਹ ਬੜਾ ਮਕਾਰ ਬੰਦਾ ਜੇ। 2007 ਜਦੋਂ ਇਸ ਬੰਦੇ ਨੇ ਇਲੈਕਸ਼ਨ ਲੜੀ ਨਾ ਖਡੂਰ ਸਾਹਿਬ, ਸਾਡੀ ਖਡੂਰ ਸਾਹਿਬ ਰਿਸ਼ਤੇਦਾਰੀ ਵੀ ਹੈਗੀ ਸੀ, ਉਹ ਕਹਿੰਦੇ ਸੀ ਜਿੱਦਾਂ ਇਹ ਬੰਦਾ ਮਾੜਾ ਨਾ ਉੱਦਾਂ ਕੋਈ ਬੰਦਾ ਨਹੀਂ ਜੇ ਮਾੜਾ ਹੈਗਾ। ਪਰ ਅਸੀਂ ਕਹਿੰਦੇ ਨਹੀਂ ਯਾਰ, ਅਸੀਂ ਹਲਕਾ ਗੁਰਦਾਸਪੁਰ ਨੂੰ ਗੜੋਂ ਲਾਉਣਾ, ਅਸੀਂ ਗੜੋਂ ਲਾਇਆ, ਬੜੇ ਜ਼ੋਰ ਦੇ ਨਾਲ ਲਾਇਆ, ਪਰ ਇਹਨੇ ਕਿਸੇ ਵੀ ਸਾਡੇ ਬੰਦੇ ਦਾ ਕੋਈ ਸੁਣਵਾਈ ਨਹੀਂ ਕੀਤੀ। ਹੋਰ ਅਗਲੇ ਪਾਸੇ ਆ ਜਾਓ, ਇਹਨੇ ਹਲਕਾ ਹੋਏ ਅਟਾਰੀ ਅਤੇ ਚੇਅਰਮੈਨੀਆਂ ਜਲਿਆਰੇ ਤੋਂ ਨਾ ਉਹ ਵੀ ਇਹਨਾਂ ਨੇ ਉੱਥੇ ਬਣਾਤਾ। ਇਹਦੇ ਬਾਰੇ ਵੀ ਸਾਨੂੰ ਸਾਰਾ ਪਤਾ, ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਹੈਗੀ। ਵੋਟਾਂ ਨਾ ਪਾਇਓ, ਵੋਟ ਮੈਡਮ ਨਵਨੀਤ ਕੌਰ ਨੂੰ ਪਾਇਓ, ਜਿਹੜੀ ਸਿੱਧੀ ਗੱਲ ਜੇ। ਮੈਂ ਇੰਨੇ ਸ਼ਬਦਾਂ ਦੇ ਨਾਲ ਆਪ ਦਾ ਬਹੁਤ ਰਿਣੀ ਹਾਂ। ਇੱਥੇ ਪਹੁੰਚੇ ਨੇ ਤੇ ਸ਼ਾਂਤਨੂ ਜੀ ਜੋ ਸਾਡੇ ਅੰਮ੍ਰਿਤਸਰ ਦੇ ਕੋਆਰਡੀਨੇਟਰ ਨੇ। ਸ਼ੁਰੂਆਤ ਕੀਤੀ ਤਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ। ਮੇਰੇ ਲਈ ਇਹ ਸਫ਼ਰ ਬਹੁਤ ਜ਼ਿਆਦਾ ਮੁਸ਼ਕਿਲ ਰਿਹਾ ਹੈ, ਪਰ ਮਿਨਿਸਟਰ ਸਾਹਿਬ ਦਰਗਾਹ ਸਿੰਘ ਸਰਕਾਰੀਆ ਜੀ ਤੇ ਹੋਰ ਕੁਝ ਲੀਡਰ ਨੇ ਮੈਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ, ਕਿਉਂਕਿ ਇੱਕ ਬਹੁਤ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਸੀ। ਮੈਂ ਅਟਾਰੀ ਹਲਕੇ ਦੇ ਨਿਵਾਸੀਆਂ ਨੂੰ, ਖਾਸ ਕਰਕੇ ਮੇਰੀਆਂ ਭੈਣਾਂ ਜੋ ਮੇਰਾ ਸਾਥ ਦੇਣ ਵਾਸਤੇ ਅੱਜ ਇੱਥੇ ਪਹੁੰਚੀਆਂ ਨੇ, ਕਿਉਂਕਿ ਭੈਣਾਂ ਨੂੰ ਬਹੁਤ ਕੰਮ ਹੁੰਦੇ ਨੇ, ਇੱਕ ਘਰ ਦੇ ਕੰਮ ਹੁੰਦੇ ਨੇ, ਆਪਣੇ ਬੱਚੇ ਪਾਲਣੇ ਹੁੰਦੇ ਨੇ, ਬਹੁਤ ਕੰਮ ਹੁੰਦੇ। ਜੇ ਕਾਂਗਰਸ ਪਾਰਟੀ ਮੈਨੂੰ ਇਹ ਦਿੰਦੀ ਹੈ ਤੇ ਉਹ ਚੀਜ਼ ਕਦੀ ਨਹੀਂ ਹੋਊਗੀ। ਸਾਡੀ ਭੈਣ, ਸਾਡੀ ਧੀ ਸਾਡੀ ਲਈ ਖੜੀ ਹੈ ਤੇ ਖੜੀ ਹੋਊਗੀ। ਮੇਰੇ ਘਰ ਦੀ ਜ਼ਿਲ੍ਹਾ ਪ੍ਰੀਸ਼ਦ 2022 ਦੀਆਂ ਚੋਣਾਂ ਬਹੁਤ ਕਰੀਬ ਆ ਚੁੱਕੀਆਂ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2022 ਵਿੱਚ ਪੰਜਾਬ ਸੂਬੇ ਦੇ ਲੋਕਾਂ ਨੇ ਪੰਜਾਬ ਸੂਬੇ ਦਾ
इतिहास की होगा आने वाला समा ਜਿਹੜਾ ਅਕਾਲੀ ਦਲ ਦਾ ਪਿਛਲੇ 20 ਸਾਲਾਂ ਦਾ ਗੜ ਸੀ ਅਟਾਰੀ ਹਲਕੇ ਵਿੱਚ ਅਕਾਲੀ ਦਲ ਦਾ ਉਹਨੂੰ ਤੋੜ ਕੇ ਇਸ ਹਲਕੇ ਵਿੱਚ ਸੰਨ ਲਾਈ ਪਰ ਤੁਹਾਡੀਆਂ ਆਸਾਂ ਨੂੰ ਔਰ ਉਮੀਦਾਂ ਨੂੰ ਉਹ ਭੂਲ ਨਹੀਂ ਪਿਆ ਜਿਹੜਾ ਤੁਸੀਂ 22 ਦੀਆਂ ਚੋਣਾਂ ਸ਼੍ਰੋਮਣੀ ਅਟਾਰੀ ਹਲਕੇ ਦੀ ਇਲੈਕਸ਼ਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਦੇ ਖਿਲਾਫ ਕੈਬਨਿਟ ਮੰਤਰੀ ਸਰਕਾਰੀਆ ਸਾਹਿਬ ਲੜਨ ਜਾ ਰਹੇ ਨੇ ਕੈਂਡੀਡੇਟ ਦੇ ਹਲਕੇ ਦੇ ਲੋਕਾਂ ਦਾ ਕੰਮ ਅਟਾਰੀ ਹਲਕੇ ਦੇ ਕਾਂਗਰਸ ਪਾਰਟੀ ਦੇ ਸਾਥੀਆਂ ਦਾ ਕੰਮ ਸਰਕਾਰੀਆ ਪਰਿਵਾਰ ਕੈਬਨਿਟ ਮੰਤਰੀ ਸਰਕਾਰੀਆ ਸਾਹਿਬ ਔਰ ਮੈਂ ਖੁਦ ਦੇਖਿਆ ਕਰਾਂਗੇ ਅਸੀਂ ਕਈ ਗਰੀਬ ਲੋਕਾਂ ਦੇ ਪਿਛਲੇ 10 ਸਾਲਾਂ ਦੀ ਸਰਕਾਰੀਆ ਸਾਹਿਬ ਅਟਾਰੀ ਹਲਕੇ ਵਿੱਚ ਆਪ ਇਲੈਕਸ਼ਨ ਲੜਨ ਆ ਰਹੇ ਨੇ ਔਰ ਇਸ ਵਾਰੀ ਗੜ ਤਾਂ ਤੁਸੀਂ ਅਕਾਲੀ ਦਲ ਦਾ ਪਹਿਲਾਂ ਹੀ ਤੋੜ ਦਿੱਤਾ ਹੈ ਸਾਧ ਸੰਗਤ ਜੀ ਉਸ ਗੜ ਨੂੰ ਆਪਾਂ ਹੁਣ ਬਰਕਰਾਰ ਰੱਖਣਾ ਹੈ ਔਰ ਕਾਂਗਰਸ ਪਾਰਟੀ ਦਾ ਗੜ ਅਟਾਰੀ ਹਲਕੇ ਨੂੰ ਬਣਾਉਣਾ ਹੈ जितों तक डेवलपमेंट की गल जो जिले के अंदर वाइस चेयरमैन है और युवा कांग्रेस की प्रदेश के अंदर महासचिव भी है पार्टी का मजबूती से साथ दें ਜਿਹੜੀ ਆ ਮੀਟਿੰਗ ਜਿਹੜੀ ਆ ਉਹ ਬਡਾਲੇ ਭੇਟੇਵੜ ਵਿਖੇ ਰੱਖੀ ਆ ਉਹਦੇ ਵਿੱਚ ਸਾਡੇ ਇੰਚਾਰਜ ਸਾਹਿਬ ਸ਼ਾਂਤਨੂ ਜੀ ਉਚੇਚੇ ਤੌਰ ਤੇ ਆਏ ਨੇ ਇਹਨਾਂ ਨਾਲ ਔਰ ਵਰਕਰਾਂ ਨਾਲ ਸਾਰਿਆਂ ਨਾਲ 2022 ਦੀਆਂ ਚੋਣਾਂ ਦਾ ਵਿਚਾਰ ਵਿਮਰਸ਼ ਕਰਨ ਲਈ ਅੱਜ ਅਸੀਂ ਮੀਟਿੰਗ ਰੱਖੀ ਸੀ। ਹਾਂਜੀ ਸਰ 2022 17 ਦਾ ਕੈਂਡੀਡੇਟ ਵੀ ਤੁਹਾਡੇ ਵੱਲੋਂ ਹੀ ਦਿੱਤਾ ਗਿਆ ਸੀ ਫੁੱਲ ਸਪੋਰਟ ਕੀਤੀ ਗਈ ਸੀ ਸੇਵ ਡੀਸੀ ਹਾਂਜੀ ਹੁਣ ਕੈਂਡੀਡੇਟ ਬਦਲਣ ਦੀ ਕੀ ਕਾਰਨ ਹੈ ਮੰਤਰੀ ਮਹਿਸੂਸ ਕਰ ਰਹੇ ਹੋ ਕਾਂਗਰਸ ਪਾਰਟੀ ਜਿਹੜਾ ਵੀ ਕੈਂਡੀਡੇਟ ਦਊਗਾ ਜੀ ਮੈਂ ਤੇ ਤੁਹਾਡੇ ਸਾਹਮਣੇ ਬਿਆਨ ਵੀ ਕਰ ਦਿੱਤਾ ਕਿ ਜਿਹੜਾ ਵੀ ਕੈਂਡੀਡੇਟ ਸਾਡੀ ਕਾਂਗਰਸ ਹਾਈ ਕਮਾਂਡ ਸਾਨੂੰ ਦਊਗੀ ਅਟਾਰੀ ਹਲਕੇ ਲਈ ਅਸੀਂ ਉਹਦੀ ਵੱਧ ਚੜ੍ਹ ਕੇ ਸਪੋਰਟ ਕਰਾਂਗੇ ਔਰ ਕਾਂਗਰਸ ਪਾਰਟੀ ਮੈਂ ਕਿਸੇ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਜੀ ਅਟਾਰੀ ਹਲਕਾ ਸਾਡਾ ਆਪਣਾ ਜੱਦੀ ਹਲਕਾ ਆ ਸਾਡਾ ਆਪਣਾ ਪਿੰਡ ਵੀ ਅਟਾਰੀ ਹਲਕੇ 'ਚ ਆ ਮੈਂ ਜ਼ਿਲ੍ਹਾ ਪਰਿਸ਼ਦ ਅੰਮ੍ਰਿਤਸਰ ਦਾ ਵਾਈਸ ਚੇਅਰਮੈਨ ਆ ਜੀ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਵਿੱਚ ਵਿਚਰ ਸਕਦਾ ਹਾਂ ਕਿਸੇ ਨੂੰ ਕੈਂਡੀਡੇਟ ਐਲਾਨ ਨਹੀਂ ਕੀਤਾ ਪਾਰਟੀ ਹਾਈ ਕਮਾਂਡ ਜਿਹੜਾ ਵੀ ਕੈਂਡੀਡੇਟ ਸਾਨੂੰ ਦਊਗੀ ਅਸੀਂ ਉਹਦੀ ਵੱਧ ਚੜ੍ਹ ਕੇ ਮਦਦ ਕਰਾਂਗੇ ਅਟਾਰੀ ਹਲਕੇ ਜੋ ਸਰਕਾਰੀਆ ਪਰਿਵਾਰ ਉਹਦੀ ਵੱਧ ਚੜ੍ਹ ਕੇ ਮਦਦ ਕਰੂਗਾ ਔਰ ਉਹਨੂੰ ਜਿਤਾ ਕੇ ਭੇਜੂਗਾ ਅਟਾਰੀ ਆਖਰੀ ਸਵਾਲ ਮੇਰੇ ਵੱਲੋਂ ਇਹ ਆ ਕਿ ਭਾਰਤੀ ਜਨਤਾ ਪਾਰਟੀ ਕਿਸਾਨੀ ਮੁੱਦੇ ਉੱਤੇ ਜ਼ੀਰੋ ਸੀਟ ਤੇ ਗਿਣੀ ਜਾ ਰਹੀ ਸੀ ਪਰ ਕਾਂਗਰਸ ਪਾਰਟੀ ਦੀ ਉੱਚ ਕੱਦ ਦੇ ਨੇਤਾ ਅੱਜ ਬੀਜੇਪੀ ਦੇ ਵਿੱਚ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਜਿਹੜੇ ਨੇਤਾ ਨੇ ਇਹ ਕਾਂਗਰਸ ਖੁਦ ਮਜ਼ਬੂਤ ਨਹੀਂ ਕਰ ਰਹੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ ਜੀ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਜਿਹੜੀ ਆ ਉਹ ਵਰਕਰ ਬਣਾਉਂਦੇ ਨੇ ਕਿਸੇ ਵੀ ਲੀਡਰ ਨਾਲ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਇੱਥੇ ਸਾਡੇ ਵਰਕਰ ਬਹੁਤ ਤਗੜੇ ਨੇ ਸਾਡਾ ਕੈਡਰ ਬਹੁਤ ਸਟਰੋਂਗ ਆ ਕਿਸੇ ਵੀ ਕੱਦ ਦੇ ਲੀਡਰ ਦੇ ਕਿਸੇ ਪਾਰਟੀ ਵਿੱਚ ਜਾਣ ਨਾਲ ਹਾਂਜੀ ਮੈਡਮ ਜੀ ਅੱਜ ਜਿਹੜਾ ਇੱਥੇ ਇਕੱਠ ਕੀਤਾ ਗਿਆ ਕੀ ਜੀ ਮੈਂ ਅਟਾਰੀ ਹਲਕੇ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ ਜੀ ਇਸ ਕਰਕੇ ਮੈਂ ਇਹ ਇਕੱਠ ਹਾਈ ਕਮਾਂਡ ਨੂੰ ਦੱਸਣ ਵਾਸਤੇ ਕਿ ਕਿੰਨੇ ਲੋਕ ਮੇਰੇ ਨਾਲ ਨੇ ਮੈਨੂੰ ਪਿਆਰ ਕਰ ਰਹੇ ਨੇ ਮੇਰੇ ਨਾਲ ਜੁੜੇ ਨੇ ਤੁਹਾਨੂੰ ਕੀ ਵਿਸ਼ਵਾਸ ਹੋਇਆ ਜੀ ਹਾਈ ਕਮਾਂਡ ਦਾ ਵੇਖੋ ਫੈਸਲਾ ਜਲਦੀ ਆ ਜਾਏਗਾ ਤੇ ਤੁਹਾਨੂੰ ਸਭ ਨੂੰ ਪਤਾ ਚੱਲ ਜਾਏਗਾ ਜਿਹੜਾ ਕਿ ਤੁਹਾਨੂੰ ਉੱਤੇ ਖੜੀ ਜਿਹੜੀ ਹੈ ਤੁਹਾਡੀ ਪੱਕੀ ਅਨਾਉਂਸ ਹੋ ਜਾਂਦੀ ਹੈ ਤੇ ਤੁਹਾਡੇ ਵੱਲੋਂ ਇਹ ਕੀ ਵਿਸ਼ਵਾਸ ਦਿਵਾਇਆ ਜਾਂਦਾ ਕਿ ਜਿਹੜਾ ਪਿਛਲਾ ਕੈਂਡੀਡੇਟ ਹੈ ਉਹਦੇ ਵਾਂਗੂ ਜਨਤਾ ਕੋਲ ਲੰਬਾ ਤੁਹਾਡੇ ਨਾਲ ਨਹੀਂ ਰੱਖੇਗਾ ਬਿਲਕੁਲ ਜੀ ਨਹੀਂ ਵੇਖੋ ਜੀ ਉਹ ਇੱਕ ਅਫਸਰ ਸ਼ਾਹੀ ਸੀਗੇ ਉਹਨਾਂ ਨੇ ਜੋ ਕੀਤਾ ਉਹ ਮੇਰੇ ਵੱਲੋਂ ਨਹੀਂ ਹੋਗਾ ਮੈਂ ਅਟਾਰੀ ਹਲਕੇ ਦੀ ਧੀ ਆ ਤੇ ਧੀ ਬਣ ਕੇ ਹੀ ਵਿਚਰੂੰਗੀ ਤੁਸੀਂ ਅਟਾਰੀ ਹਲਕੇ ਦੀ ਮਿਨਿਸਟਰ ਸਾਹਿਬ ਨੇ ਦਲਰਾਜ ਜੀ ਨੇ ਮੈਨੂੰ ਚੇਅਰਮੈਨ ਬਣਾਇਆ ਸੀਗਾ ਮੈਂ ਵਾਈਸ ਚੇਅਰਮੈਨ ਹਾਂ ਅੱਜ ਮੈਨੂੰ ਜਨਰਲ ਸੈਕਟਰੀ ਬਣਨ ਦੇ ਵਿੱਚ ਮੇਰੇ ਕੋਲ ਮਿਹਨਤ ਬਹੁਤ ਕਰਵਾਉਂਦੇ ਨੇ ਤੇ ਮੈਨੂੰ ਟਿਕਟ ਦਿਵਾਉਂਦੇ ਨੇ ਨਹੀਂ ਦਿਵਾਉਂਦੇ ਜਾਂ ਮੀਨਸ ਕਿ ਜਿੱਦਾਂ ਵੀ ਆ ਮੈਂ ਹਮੇਸ਼ਾ ਇਹਨਾਂ ਦੇ ਨਾਲ ਰਹੂੰਗੀ ਤੇ ਅੱਜ ਦਲਰਾਜ ਜੀ ਨੇ ਮੀਨਸ ਕਿ ਕਹਿ ਵੀ ਦਿੱਤਾ ਜਦੋਂ ਮਿਨਿਸਟਰ ਸਾਹਿਬ ਖੁਦ ਇੱਥੇ ਮੀਨਸ ਕਿ ਟਿਕਟ ਲੜਨ ਆ ਰਹੇ ਆ ਤੇ ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ ਮੈਂ ਅੱਜ ਤੱਕ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹਾਂ ਤੇ ਸਾਰੀ ਜ਼ਿੰਦਗੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੀ आप सबको पता है कि 2022 का चुनाव आ गया है तो आज अटारी विधानसभा के अंदर हमारे जो नवनीत कौर जी हैं इनकी अगुवाई के अंदर आज ये बैठक का आयोजन किया गया है और जैसे कि आप सबको पता है कि कांग्रेस पार्टी का एक प्रजातांत्रिक तरीका है आगे जिस तरीके से उम्मीदवार घोषित होंगे तो जितने उम्मीदवार हैं वो अपने अपने बल को दिखा रहे हैं और उस प्रकार से अपना कार्यक्रम आयोजित कर रहे हैं ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਬਗਾਵਤ ਕਾਫੀ ਨਜ਼ਰ ਆ ਰਹੀ ਹੈ ਕੈਂਡੀਡੇਟ ਇੱਧਰ ਜੋੜ ਤੋਂ ਉੱਧਰ ਇੱਧਰ ਜਾ ਰਹੇ ਨੇ ਤੁਹਾਨੂੰ ਜਾਣਦੇ ਨੇ ਕਿ 2022 ਦੇ ਵਿੱਚ ਇਹਦਾ ਕਾਂਗਰਸ ਨੂੰ ਨੁਕਸਾਨ ਕਿੰਨਾ ਹੋਵੇਗਾ देखिए साहब ये हाई कमांड का फैसला है
कि कैप्टन साहब को भेजा गया या लोगों की जिस प्रकार से डिमांड थी कि हमें वो समय नहीं मिल रहा या वो विकास नहीं मिल रहा, इसलिए शायद हाईकमांड ने हमारे मुख्यमंत्री जी को बदला। और अब जो मुख्यमंत्री जी आए हैं तो अब जिसने जाना है या नहीं जाना वो उनकी व्यक्तिगत राय है, लेकिन पार्टी कहीं से भी कमज़ोर नहीं है। पार्टी चन्नी साहब के और सिद्धू साहब के नेतृत्व में बड़ी मजबूती से चुनाव लड़ेगी और अपना बहुमत लेकर आएगी। ਜੋਤ ਸਿੰਘ ਸਿੱਧੂ ਦਾ ਵੀ ਕੋਈ ਨਾ ਕੋਈ ਬਿਆਨ ਕਦੇ ਨਾ ਕਦੇ ਪਾਰਟੀ ਦੇ ਖਿਲਾਫ ਹੁੰਦਾ ਹੀ ਨਜ਼ਰ ਦਿਖਾਈ ਦਿੰਦਾ ਹੈ, ਉਹਦਾ ਕੀ ਕਾਰਨ ਹੈ? देखिए साहब, हमारे वरिष्ठ नेता हैं और हमें ऐसा कहीं नहीं लगता कि उनकी वजह से कोई पार्टी को नुकसान हो रहा है। जो हाईकमांड का फैसला है, कांग्रेस का हर कार्यकर्ता उस फैसले के साथ खड़ा है। कि हाईकमान मैडम नवनीत कौर जी को टिकट देने जा रही है 2022 के लिए। देखिए साहब, टिकट मांगने का कांग्रेस पार्टी के अंदर सबको अपना अधिकार है और एक मैंने आपको कहा कि एक प्रजातांत्रिक तरीका है कि एक प्रक्रिया है कांग्रेस पार्टी के अंदर टिकट देने की। तो उस प्रक्रिया के आधार पर जो भी कैंडिडेट निकल कर आएगा आगे मजबूती से, उसको हाईकमांड अपना फैसला सुनाएगी। देखिए साहब, ऐसा है कि नाराज़गी और खुश, अब एक इंसान से ना तो सारे नाराज़ हो सकते हैं ना खुश हो सकते हैं, तो ये लोगों की राय है। लेकिन पार्टी की टिकट उसी व्यक्ति को मिलेगी जिसका बहुमत हाईकमांड तक पहुंचेगा, जो मजबूती से ग्राउंड लेवल से जो रिपोर्ट जाएगी उसी प्रकार से उसको टिकट दी जाएगी।